ਚਲੋ ਕੈਨੇਡਾ ਵਿੱਚ ਇੱਕ ਵਾਰ ਫੇਰ ਆਪ ਸਭ ਦਾ ਸਵਾਗਤ ਹੈ ਜੀ। ਸਿਮਰਤ ਗਰੇਵਾਲ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਆਪ ਸਭ ਨੂੰ ਜੀ ਆਇਆਂ। ਪੰਜਾਬ ਸਟਾਰ ਟੀਵੀ ਤੁਸੀਂ ਦੇਖ ਰਹੇ ਹੋ ਤੇ ਚਲੋ ਕੈਨੇਡਾ ਵਿੱਚ ਹਮੇਸ਼ਾ ਤੁਹਾਡੇ ਨਾਲ ਇਮੀਗ੍ਰੇਸ਼ਨ ਸੰਬੰਧੀ ਕੁਝ ਨਵੀਆਂ ਚੀਜ਼ਾਂ ਜਿਹੜੀਆਂ ਆਉਂਦੀਆਂ ਨੇ ਉਹ ਸਾਂਝੀਆਂ ਕਰਦੇ ਹਾਂ। ਅੱਜ ਫਿਰ ਗੱਲ ਕਰਾਂਗੇ ਇਮੀਗ੍ਰੇਸ਼ਨ ਦੇ ਵਿੱਚ, ਕਿਉਂਕਿ ਕੋਵਿਡ-19 ਦਾ ਸਮਾਂ ਚੱਲ ਰਿਹਾ ਤੇ ਇਹਦੇ ਤੋਂ ਬਾਅਦ ਜਦੋਂ ਇਮੀਗ੍ਰੇਸ਼ਨ ਪ੍ਰੋਪਰ ਤਰੀਕੇ ਨਾਲ ਖੁੱਲ੍ਹਣੀ ਹੈ ਤੇ ਕਿਸ ਤਰ੍ਹਾਂ ਦੀਆਂ ਚੇਂਜਸ ਆਉਣਗੀਆਂ, ਇਹਦੇ ਬਾਰੇ ਅੱਜ ਮੇਰੇ ਨਾਲ ਗੱਲ ਕਰਨ ਲਈ ਫਿਰ ਇੰਡਸ ਕੈਨੇਡਾ ਇਮੀਗ੍ਰੇਸ਼ਨ ਤੋਂ ਹਰਕੀਰਤ ਸਿੰਘ ਜੀ ਸ਼ਾਮਲ ਨੇ। ਹਰਕੀਰਤ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਗਰੇਵਾਲ ਸਾਹਿਬ। ਅੱਛਾ, ਜਿਵੇਂ ਆਪਾਂ ਹਰਕੀਰਤ ਸਿੰਘ ਜੀ ਆਪਣੇ ਦਰਸ਼ਕਾਂ ਨੂੰ ਦੱਸਿਆ ਵੀ, ਕਿਉਂਕਿ ਕੋਵਿਡ-19 ਕਰਕੇ ਕਾਫੀ ਜਿਹੜੀਆਂ ਰਿਸਟ੍ਰਿਕਸ਼ਨਸ ਲੱਗੀਆਂ ਨੇ, ਕੰਡੀਸ਼ਨਸ ਲਾਈਆਂ ਗਈਆਂ ਕੈਨੇਡੀਅਨ ਇਮੀਗ੍ਰੇਸ਼ਨ ਦੇ ਵਿੱਚ। ਹਾਂਜੀ, ਜਦੋਂ ਕੋਵਿਡ-19 ਖਤਮ ਹੋਣਾ ਆ ਤੇ ਕੁਦਰਤੀ ਆ ਜਿਹੜੀ ਫਿਰ ਦੁਬਾਰਾ ਇਹ ਇਮੀਗ੍ਰੇਸ਼ਨ 'ਚ ਬੂਸਟ ਆਉਣਾ, ਤੇ ਤੁਹਾਡੇ ਹਿਸਾਬ ਦੇ ਨਾਲ ਕਿਹੜੀਆਂ ਚੇਂਜਸ ਆ ਸਕਦੀਆਂ ਨੇ? ਗਰੇਵਾਲ ਸਾਹਿਬ, ਸਭ ਤੋਂ ਪਹਿਲਾਂ ਮੈਂ ਦਰਸ਼ਕਾਂ ਨੂੰ ਜਿਹੜੀ ਅਪਡੇਟ ਕਰਨਾ ਚਾਹੁੰਦਾ ਕਿ ਜਿਵੇਂ ਕਿ 23 ਅਪ੍ਰੈਲ ਨੂੰ ਟਰੰਪ ਸਾਹਿਬ ਨੇ ਤੇ ਇੱਕ ਆਰਡਰ ਸਾਈਨ ਕੀਤਾ ਹੈਗਾ, ਜਿਹਦੇ ਹਿਸਾਬ ਦੇ ਨਾਲ ਜਿਹਦੇ ਤਹਿਤ 90 ਦਿਨ ਵਾਸਤੇ 60 ਡੇਜ਼ ਵਾਸਤੇ ਜਿਹੜੀ US ਦੀ ਇਮੀਗ੍ਰੇਸ਼ਨ ਪਰਮਨੈਂਟ ਰੈਜ਼ੀਡੈਂਸੀ ਐਪਲੀਕੇਸ਼ਨ ਸਾਰਿਆਂ ਨੂੰ ਪੌਜ਼ ਲਾ ਦਿੱਤਾ ਗਿਆ ਹੈਗਾ। ਠੀਕ ਹੈ। ਐਗਜ਼ੰਪਸ਼ਨ ਉਹ 'ਤੇ ਰੱਖੀਆਂ ਗਈਆਂ ਨੇ ਕਿ ਜਿਹੜੇ ਕਿ ਹੈਲਥ ਕੇਅਰ ਪ੍ਰੋਫੈਸ਼ਨਲਸ ਨੇ ਉਹਨਾਂ ਨੂੰ ਉਹ ਅਲਾਉ ਕਰ ਰਹੇ ਨੇ, ਐਪਲੀਕੇਸ਼ਨ ਦੀ ਪ੍ਰੋਸੈਸ ਹੋ ਰਹੀਆਂ ਨੇ, ਬਾਕੀਆਂ ਨੂੰ ਉਹਨਾਂ ਨੇ ਪੌਜ਼ ਲਾ ਦਿੱਤਾ ਹੈ 60 ਦਿਨ ਵਾਸਤੇ। ਠੀਕ ਹੈ। ਬਟ ਜੋ ਕੈਨੇਡਾ ਹੈ, ਕੈਨੇਡਾ ਨੇ ਸਿਰਫ ਅਜੇ ਤੱਕ ਜੋ ਵਿਜ਼ਿਟਰ ਵੀਜ਼ਾ ਐਪਲੀਕੇਸ਼ਨਸ ਨੇ, ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ 9 ਤਰੀਕ ਤੋਂ ਲੈ ਕੇ 29 ਅਪ੍ਰੈਲ ਤੱਕ ਉਹ ਜਿਹੜੀ ਐਪਲੀਕੇਸ਼ਨਸ ਨੂੰ ਨਹੀਂ ਪ੍ਰੋਸੈਸ ਕਰ ਰਹੇ ਹੈਗੇ। ਅਦਰਵਾਈਜ਼ ਜਿਹੜੇ ਬਾਕੀ ਚੀਜ਼ਾਂ ਉਹ ਪ੍ਰੋਸੈਸ ਕਰ ਰਹੇ ਨੇ। ਔਰ ਲੇਕਿਨ ਉਹ ਸਾਰੇ ਜਿਹੜੇ ਆਨਲਾਈਨ ਐਪਲੀਕੇਸ਼ਨਸ ਨੇ, ਔਰ ਕਿਉਂਕਿ ਜਿਹਨੇ ਵੀ ਬਾਹਰ ਕੈਨੇਡਾ ਤੋਂ ਆਫਿਸਿਸ ਨੇ, ਕੈਨੇਡੀਅਨ ਕਾਉਂਸਲੇਟਸ ਨੇ, ਉਹ ਕੰਮ ਨਹੀਂ ਕਰ ਰਹੇ ਹੈਗੇ। ਉਹ ਵਰਕ ਫਰਮ ਹੋਮ, ਜਿਵੇਂ ਉਹਨਾਂ ਦੀ ਫੈਮਲੀਜ਼ ਦੇ ਨਾਲ ਬੈਠ ਕੇ ਜਿਹੜੇ ਆਫਿਸਸ ਨੇ ਉਹ ਕੰਮ ਕਰ ਰਹੇ ਨੇ। ਠੀਕ ਹੈ। ਅੱਛਾ, ਜਿਵੇਂ ਅਮਰੀਕਾ ਦੇ ਵਿੱਚ ਜਿਹਨਾਂ ਨੂੰ 60 ਦਿਨ ਲਈ ਉਹਨਾਂ ਨੇ ਬਿਲਕੁਲ ਰੋਕ ਲਾ ਦਿੱਤੀ, ਚਲੋ ਕੁਛ ਐਗਜ਼ੈਂਪਸ਼ਨ ਤੁਸੀਂ ਦੱਸਿਆ ਜਿੱਦਾਂ ਹੈਗੀਆਂ ਨੇ, ਕਿ ਕੈਨੇਡੀਅਨ ਸਿਸਟਮ ਦੇ ਵਿੱਚ ਇਸ ਟਾਈਮ 'ਤੇ ਵੀ ਇਸ ਤਰ੍ਹਾਂ ਦੀ ਕੋਈ ਚਾਹੀਦੀਆਂ ਸੀਗੀਆਂ ਵੀ ਇਮੀਗ੍ਰੇਸ਼ਨ ਨੂੰ ਬਿਲਕੁਲ ਹੀ ਬੰਦ ਕਰ ਦਿੱਤਾ ਜਾਵੇ, ਕਿਉਂਕਿ ਜਿਸ ਤਰ੍ਹਾਂ ਦੇ ਹੁਣ ਹਾਲਾਤ ਨੇ, ਕਿਉਂਕਿ ਇੱਥੇ ਵੀ ਸਰਕਾਰ ਵੱਲੋਂ, ਕਿਉਂਕਿ ਅਰਥਚਾਰੇ ਨੂੰ ਬੜਾ ਫਰਕ ਪੈ ਗਿਆ, ਤਾਂ ਸਰਕਾਰ ਵੱਲੋਂ ਸਟਿਮੂਲਸ ਪੈਕੇਜ ਦਿੱਤਾ ਗਿਆ ਵੀ ਕੀ ਲੱਗਦਾ ਸੀਗਾ ਵੀ ਇੱਥੇ ਵੀ ਇਮੀਗ੍ਰੇਸ਼ਨ ਨੂੰ ਇਸ ਤਰ੍ਹਾਂ ਕੁਝ ਹਾਲਟ ਕਰਨਾ ਚਾਹੀਦਾ ਸੀ, ਬਿਲਕੁਲ ਰੋਕਣਾ ਚਾਹੀਦਾ ਸੀ? ਗਰੇਵਾਲ ਸਾਹਿਬ, ਜੋ ਕੈਨੇਡੀਅਨ ਇਮੀਗ੍ਰੇਸ਼ਨ ਹੈ ਉਹ US ਇਮੀਗ੍ਰੇਸ਼ਨ ਨਾਲੋਂ ਬਹੁਤ ਡਿਫਰੈਂਟ ਹੈ। ਠੀਕ ਹੈ। ਔਰ ਵੈਸੇ ਵੀ ਜੇ ਆਪਾਂ ਡਾਟੇ ਚੈੱਕ ਕਰੀਏ ਤਾਂ ਜਿਹੜੀ ਪਾਪੂਲੇਸ਼ਨ ਦੇ ਆਧਾਰ ਦੇ ਉੱਪਰ ਜਿਹੜਾ ਇਨਟੇਕ ਆਫ ਪਰਮਨੈਂਟ ਰੈਜ਼ੀਡੈਂਸੀ ਹੈਗਾ ਐਵਰੀ ਈਅਰ ਕੈਨੇਡਾ ਦੇ ਵਿੱਚ ਉਹ ਹੈਗਾ 1% ਦੇ ਕਰੀਬ, 0.9% ਆਫ ਦਾ ਪਾਪੂਲੇਸ਼ਨ ਟੋਟਲ ਕੈਨੇਡਾ ਦੀ ਪਾਪੂਲੇਸ਼ਨ। ਹਾਂਜੀ, ਜਿਵੇਂ ਕਿ 38 ਮਿਲੀਅਨ ਦੀ ਪਾਪੂਲੇਸ਼ਨ ਹੈ, ਸੋ 3,40,000 ਦੇ ਕਰੀਬ ਸਾਡੇ ਪਰਮਨੈਂਟ ਰੈਜ਼ੀਡੈਂਟ ਆਉਂਦੇ ਨੇ। ਠੀਕ ਹੈ। ਲੇਕਿਨ ਜੋ US ਹੈ ਉਹ 3% ਆਫ ਦਾ ਪਾਪੂਲੇਸ਼ਨ ਜਿਹੜਾ ਉਹ ਇਨਟੇਕ ਲੈਂਦਾ ਪਰਮਨੈਂਟ ਰੈਜ਼ੀਡੈਂਸ ਜਿਹੜੇ ਹੈਗੇ ਨੇ ਐਵਰੀ ਈਅਰ। ਸੋ ਔਰ ਦੂਸਰੀ ਗੱਲ ਹੈ ਕਿ ਅਸੀਂ ਉਹਦੇ 'ਤੇ ਅਸੀਂ ਉਹਨੂੰ ਫੋਲੋ ਇਸ ਚੀਜ਼ ਵਿੱਚ ਨਹੀਂ ਕਰ ਸਕਦੇ ਹੈਗੇ। ਔਰ ਕੈਨੇਡਾ ਦਾ ਜੋ ਬੇਸ ਹੈ, ਕੈਨੇਡਾ ਦਾ ਜੋ ਇਮੀਗ੍ਰੇਸ਼ਨ ਤੋਂ ਸਾਨੂੰ ਇਨਕਮ ਆਉਂਦੀ ਹੈ, ਸਾਨੂੰ ਜੋ ਉਹਨਾਂ ਤੋਂ ਇਨਫਲੋ ਆਫ ਮਨੀ ਹੈ, ਉਹ ਬਹੁਤ ਹਾਈ ਹੈ। ਅੱਛਾ ਜੀ। ਜਿਵੇਂ ਕਿ ਆਪਾਂ ਸਿੰਪਲ ਇੱਕ ਲੈ ਲਈਏ ਕਿ ਜੋ ਕੈਨੇਡੀਅਨ ਸਟੂਡੈਂਟ ਆਉਂਦੇ ਨੇ ਹੈਗੇ ਨੇ, ਕੈਨੇਡਾ ਵਿੱਚ ਪੜ੍ਹਨ ਆਉਂਦੇ ਨੇ, ਆਲ ਓਵਰ ਦਾ ਵਰਲਡ ਆਉਂਦੇ ਨੇ, $22 ਬਿਲੀਅਨ ਉਹ ਹਰ ਸਾਲ ਕੈਨੇਡਾ ਦੇ ਵਿੱਚ ਪੁੱਟ ਕਰਦੇ ਨੇ, ਲੈ ਕੇ ਬਾਹਰੋਂ ਪੈਸਾ ਆਉਂਦਾ ਹੈ। ਸੋ ਵੀ ਕਾਂਟ ਅਫੋਰਡ ਟੂ ਲੂਜ਼ ਦੈਟ। ਠੀਕ ਹੈ। ਔਰ ਦੂਸਰੀ ਗੱਲ ਹੈ ਕਿ ਜਿਹੜੀ ਸਾਡਾ ਕੈਨੇਡਾ ਦੇ ਵਿੱਚ ਜਿਹੜੀ ਪਾਪੂਲੇਸ਼ਨ ਹੈ ਉਹ ਅਰਾਊਂਡ 1990s ਤੋਂ ਲੈ ਕੇ 2013 ਤੱਕ ਜਾਂ ਹੁਣ ਤੱਕ ਜੋ ਵੀ ਗਰੋਥ ਹੋਈ ਹੈ ਉਹ ਇਮੀਗ੍ਰੇਸ਼ਨ ਕਰਕੇ ਹੀ ਹੋਈ ਹੈ। ਕਿਉਂਕਿ ਦੇਖੋ, ਜੇ ਪਾਪੂਲੇਸ਼ਨ ਗਰੋ ਤਾਂ ਕਰਦੀ ਆ ਵੀ ਦੋ ਮੈਰਿਜ ਹੁੰਦੀ ਆ, ਸਪੋਜ਼ ਹਸਬੈਂਡ ਵਾਈਫ ਦੋ ਬੰਦੇ ਮੈਰਿਜ ਕਰਦੇ ਨੇ, ਉਹ 2 ਬੱਚੇ ਪੈਦਾ ਕਰਦੇ ਨੇ ਤਾਂ ਪਾਪੂਲੇਸ਼ਨ ਸਟੇਬਲ ਰਹਿੰਦੀ ਹੈ। ਜੇ ਮਤਲਬ ਇੱਕ ਮੈਰਿਜ ਜਿਹੜੀ ਹੈ ਉਹ 3 ਬੱਚੇ ਪ੍ਰੋਡਿਊਸ ਕਰਦੀ ਹੈ ਤਾਂ ਪਾਪੂਲੇਸ਼ਨ ਗਰੋ ਹੁੰਦੀ ਹੈ, ਰਾਈਟ। ਲੇਕਿਨ ਆਪਣੀ ਜਿਹੜੀ ਕੈਨੇਡਾ ਦੀ ਉਹ ਇਹਦੇ ਤੋਂ ਥੱਲੇ ਹੈ। ਹਾਂਜੀ, ਕੈਨੇਡਾ ਜਿਹੜੀ ਹੈ ਉਹ 2 ਹੀ ਜਿਹੜਾ ਇੱਕ ਮੈਰਿਜ ਹੈ ਉਹ 1-2 ਬੱਚੇ ਪ੍ਰੋਡਿਊਸ ਕਰ ਰਹੀ ਹੈ। ਇਸ ਕਰਕੇ ਸਾਡੀ ਜਿਹੜੀ ਸਟੇਬਲ ਹੈ, ਲੇਕਿਨ ਸਟੇਬਿਲਿਟੀ ਦੇ ਹਿਸਾਬ ਨਾਲ ਉਹ ਡੈਥਸ ਹੋ ਰਹੀਆਂ ਨੇ। ਸੋ ਸਾਨੂੰ ਪਾਪੂਲੇਸ਼ਨ ਵਧਾਉਣ ਵਾਸਤੇ ਇਮੀਗ੍ਰੇਸ਼ਨ ਦੀ ਬਹੁਤ ਸਖਤ ਲੋੜ ਹੈ, ਜਿਹੜੀ ਕਿ ਸ਼ੁਰੂ ਤੋਂ ਹੁੰਦੀ ਆਈ ਹੈ। ਠੀਕ ਹੈ। ਸੋ ਇਹਦੇ ਵਾਸਤੇ ਕੈਨੇਡਾ ਜਿਹੜਾ ਹੈ ਡੈਫੀਨੇਟਲੀ ਈਵਨ ਪੋਸਟ ਕਰੋਨਾ ਜਿਹੜੀ ਚੀਜ਼ ਹੋਏਗੀ ਉਹਨਾਂ ਨੂੰ ਵੀ ਇਮੀਗ੍ਰੇਸ਼ਨਸ ਨੂੰ ਵੈਲਕਮ ਕਰੇਗਾ। ਇਮੀਗ੍ਰੈਂਟਸ ਨੂੰ ਹਰ ਤਰ੍ਹਾਂ ਦੇ ਇਮੀਗ੍ਰੈਂਟਸ ਹੋਣਗੇ, ਉਹ ਸਟੂਡੈਂਟਸ ਹੋਣਗੇ, ਵਰਕਰ ਹੋਣਗੇ, ਲੇਕਿਨ ਜਿਹੜਾ ਇਹ ਮੈਂਸ਼ਨ ਕਰਨ ਵਾਲੀ ਚੀਜ਼ ਹੈ ਉਹ ਹੋਣਗੇ ਐਂਟਰਪ੍ਰੈਨਰ ਔਰ ਬਿਜ਼ਨਸ ਵੀਜ਼ਾ ਨੂੰ ਬਹੁਤ ਜ਼ਿਆਦਾ ਤਰਜੀਹ ਦਿੱਤੀ ਜਾਏਗੀ।
ਉਹੀ ਮੈਂ ਤੁਹਾਨੂੰ ਗੱਲ ਪੁੱਛਣ ਲੱਗਾ ਸੀ, ਕਿਉਂਕਿ ਆਮ ਹੀ ਹੁਣ ਕਈ ਜਿਹੜੇ ਇਮੀਗ੍ਰੇਸ਼ਨ ਲਾਇਰਸ ਨੇ ਜਾਂ ਹੋਰ ਇਮੀਗ੍ਰੇਸ਼ਨ ਫਰਮਸ ਨੇ, ਉਹ ਇਸ ਤਰ੍ਹਾਂ ਦੀਆਂ ਚਰਚਾਵਾਂ ਉਹਨਾਂ ਨੇ ਸ਼ੁਰੂ ਕਰਤੀਆਂ ਨੇ ਵੀ ਜਦੋਂ ਕੋਵਿਡ-19 ਖਤਮ ਹੋਣਾ ਉਸ ਤੋਂ ਬਾਅਦ ਜਿਹੜਾ ਕੈਨੇਡੀਅਨ ਇਮੀਗ੍ਰੇਸ਼ਨ ਸਿਸਟਮ ਜਾਂ ਜਿਹੜੀ ਕੈਟਾਗਰੀਜ਼ ਦੇ ਵਿੱਚ ਕਾਫੀ ਚੇਂਜਸ ਆਉਣੀਆਂ ਨੇ। ਖਾਸ ਕਰਕੇ ਉਹ ਗੱਲ ਕਰ ਰਹੇ ਨੇ ਵੀ ਜਿਹੜੇ ਬਾਹਰੋਂ ਬਿਜ਼ਨਸਮੈਨ ਆਉਂਦੇ ਨੇ ਇੱਥੇ ਉਹਨਾਂ ਜਿਹੜੇ ਬਿਜ਼ਨਸ ਖਰੀਦਦੇ ਨੇ, ਤੁਹਾਨੂੰ ਵੀ ਲੱਗਦਾ ਵੀ ਕਿ ਉਹਨਾਂ ਦਾ ਜਿਹੜੀ ਇਨਟੇਕ ਜ਼ਿਆਦਾ ਹੋ ਜਾਊਗੀ ਜਿਹੜੀ ਦੂਸਰੀ ਨਾਰਮਲ ਇਕਨੋਮੀ ਕਲਾਸ ਇਮੀਗ੍ਰੇਸ਼ਨ ਹੈ? ਬਿਲਕੁਲ, ਦੇਖੋ ਗਰੋਲ ਸਾਹਿਬ ਉਹ 'ਚ ਗੱਲ ਹੈ ਕਿ ਇਸ ਟਾਈਮ ਆਫਟਰ ਪੈਂਡੈਮਿਕ ਜਿਹੜੀ ਵੀ ਚੀਜ਼ ਹੋਏਗੀ ਉਹ ਕਾਫੀ ਸਾਰੇ ਬਿਜ਼ਨਸਿਸ ਬੰਦ ਹੋਣ ਦੇ ਚਾਂਸਸ ਹੈਗੇ ਨੇ। ਜਿਹੜੇ ਛੋਟੇ ਬਿਜ਼ਨਸ ਨੂੰ ਮੁਸ਼ਕਿਲ ਹੋਏਗੀ, ਰਿਟੇਨ ਕਰਨਾ ਮੁਸ਼ਕਿਲ ਹੋ ਜਾਊਗਾ। ਸੋ ਉਹ ਜਦ ਬੰਦ ਹੋਣਗੇ ਡੈਫੀਨੇਟਲੀ ਅਸੀਂ ਦੇਖਾਂਗੇ ਕਿ ਸਾਨੂੰ ਇਨਫਲੋ ਆਫ ਮਨੀ ਜਾਂ ਸਾਡਾ ਜਨਰੇਸ਼ਨ ਆਫ ਮਨੀ ਕਿੱਥੋਂ ਆ ਰਿਹਾ ਹੈ। ਤਾਂ ਇਹ ਵੀ ਦੇਖਿਆ ਗਿਆ ਹੈਗਾ ਕਿ ਪਿਛਲੇ ਡੈਕੇਡ ਦੇ ਵਿੱਚ 25% ਜਿਹੜਾ ਹੈ ਉਹ ਨਿਊ ਬਿਜ਼ਨਸਿਸ ਜਿਹੜੇ ਖੋਲ੍ਹੇ ਗਏ ਨੇ ਉਹ ਜਿਹੜੇ ਫੋਰਨ ਕੰਪਨੀਜ਼ ਹੈਗੀਆਂ ਨੇ ਉਹ ਖੋਲ੍ਹੀਆਂ ਨੇ, ਚਾਹੇ ਉਹਨਾਂ ਵੱਲੋਂ ਖੋਲ੍ਹੇ ਗਏ ਨੇ, ਜਿਹੜੇ ਇਮੀਗ੍ਰੈਂਟਸ ਆਏ ਨੇ ਫੋਰਨ ਕੰਪਨੀਜ਼ ਨੇ ਸਾਰੇ। ਸੋ ਮੈਨੂੰ ਇਹ ਚੀਜ਼ ਮੈਂ ਇਸ ਨੂੰ ਕਹਿ ਸਕਦਾ ਤੁਹਾਨੂੰ ਕਿ ਆਉਣ ਵਾਲੇ ਟਾਈਮ ਵਿੱਚ ਵੀ ਅਸੀਂ ਉਹਨਾਂ ਨੂੰ ਜ਼ਿਆਦਾ ਕੈਨੇਡਾ ਨੂੰ ਚਾਹੀਦਾ ਜਾਂ ਕੈਨੇਡਾ ਇਸ ਚੀਜ਼ ਨੂੰ ਜ਼ਰੂਰ ਤੁਸੀਂ ਦੇਖੋਗੇ, ਮੈਂ ਅੱਜ ਜੋ ਗੱਲ ਕਹਿ ਰਿਹਾ ਕਿ ਇਸ ਇਮੀਗ੍ਰੇਸ਼ਨ ਦੇ ਵਿੱਚ ਐਡਜਸਟਮੈਂਟਸ ਹੋਣਗੀਆਂ, ਪਲਾਨ ਜਿਸ ਤਰ੍ਹਾਂ ਹੋਣਗੇ ਕਿ ਜਿਹੜੀ ਬਿਜ਼ਨਸ ਇਮੀਗ੍ਰੇਸ਼ਨ ਹੈ, ਐਂਟਰਪ੍ਰੈਨਰ ਇਮੀਗ੍ਰੇਸ਼ਨ ਹੈ, ਉਹਨਾਂ ਨੂੰ ਵਧਾਇਆ ਜਾਵੇ। ਠੀਕ ਹੈ। ਜਿਹੜੀ PNPs ਨੇ, ਪ੍ਰੋਫੈਸ਼ਨਲ ਨਾਮਨੀ ਪ੍ਰੋਗਰਾਮਸ ਨੇ, ਉਹਨਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਵੇ, ਉਹਨਾਂ ਨੂੰ ਜ਼ਿਆਦਾ ਇਖਤਿਆਰ ਦਿੱਤੇ ਜਾਣਗੇ ਤਾਂ ਕਿ ਜਿਹੜੀਆਂ ਛੋਟੀਆਂ ਕਮਿਊਨਿਟੀਜ਼ ਹੈਗੀਆਂ ਨੇ ਉੱਥੇ ਵੀ ਬਿਜ਼ਨਸਿਸ ਖੁੱਲ੍ਹਣ ਔਰ ਉੱਥੇ ਵਰਕਰਸ ਦੀ ਡਿਮਾਂਡ ਵਧੇ ਔਰ ਜਿਹੜੇ ਵਿਦਨ ਕੈਨੇਡਾ ਜਿਹੜੇ ਵਰਕਰ ਬੈਠੇ ਨੇ, ਸਾਡੇ ਸਿਟੀਜ਼ਨਸ ਨੇ, ਸਾਡੇ PRs ਨੇ, ਉਹਨਾਂ ਨੂੰ ਵੀ ਮੌਕਾ ਮਿਲੇ ਕੰਮ ਕਰਨ ਦਾ। ਇੱਕ ਦੇਖੋ ਜਿਵੇਂ ਜਿਹੜੇ ਬੇਬੀ ਬੂਮਰਸ ਨੇ, ਹਾਂਜੀ 9 ਮਿਲੀਅਨ ਆਫ ਦ ਕੈਨੇਡੀਅਨ ਬੇਬੀ ਬੂਮਰਸ ਨੇ ਆਉਣ ਵਾਲੇ ਡੈਕੇਡ ਦੇ ਵਿੱਚ ਦੇ ਆਰ ਗੋਇੰਗ ਟੂ ਰਿਟਾਇਰ। ਸੋ ਸਾਨੂੰ ਉਹਨਾਂ ਦੇ ਵੱਲ ਧਿਆਨ ਰੱਖਦੇ ਹੋਏ ਵੱਡੇ ਪੱਧਰ ਤੇ ਵਰਕਆਊਟ ਚਾਹੀਦਾ ਹੈਗਾ। ਜਿਵੇਂ ਕਿ ਪਹਿਲਾਂ ਹੀ ਕਹਿ ਚੁੱਕੇ ਨੇ ਸਾਡੇ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਨੇ ਕਿ 2020 ਤੋਂ ਲੈ ਕੇ 2022 ਤੱਕ ਅਸੀਂ 1 ਮਿਲੀਅਨ ਨਿਊ ਇਮੀਗ੍ਰੈਂਟਸ ਨੂੰ ਵੈਲਕਮ ਕਰਾਂਗੇ। ਔਰ ਇਹ ਵੀ ਚੀਜ਼ ਦੇਖੋ ਕਿ ਇਹ ਜਿਹੜੀ ਸਾਡੀ ਪਾਪੂਲੇਸ਼ਨ ਗਰੋਥ ਹੈ, ਚਾਹੇ ਅਸੀਂ ਡਿਪੈਂਡ ਕਰਦੇ ਹਾਂ ਜੇ ਅਸੀਂ ਇਸ ਤਰ੍ਹਾਂ ਹੀ ਚੱਲਦੇ ਰਹੇ ਤਾਂ ਅਗਲਾ ਡੈਕੇਡ ਯਾਨੀ ਕਿ 2030 ਤੱਕ ਅਸੀਂ ਇਹਨੂੰ ਇੱਦਾਂ ਹੀ ਵੈਲਕਮ ਕਰੀਏ ਤਾਂ ਹੀ ਸਾਡੀ ਪਾਪੂਲੇਸ਼ਨ ਸਟੇਬਲ ਅੱਗੇ ਗਰੋ ਕਰ ਸਕਦੀ ਹੋਏਗੀ। ਅਦਰਵਾਈਜ਼ ਮਤਲਬ ਕਿ ਫਿਰ ਸਾਨੂੰ ਕੁਛ ਹੋਰ ਸੋਚਣਾ ਪਏਗਾ ਇਸ ਚੀਜ਼ ਬਾਰੇ। ਹਾਂ, ਜਿੱਦਾਂ ਹੁਣ ਕਿਉਂਕਿ ਕੁਦਰਤੀ ਤੁਸੀਂ ਦੱਸਿਆ ਵੀ ਜਦੋਂ ਕੋਵਿਡ-19 ਖਤਮ ਹੋਣਾ ਤੇ ਕਾਫੀ ਚੇਂਜਸ ਆਉਣੀਆਂ ਨੇ, ਤੇ ਤੁਹਾਡੇ ਹਿਸਾਬ ਦੇ ਨਾਲ ਇਹ ਵੀ ਲੱਗਦਾ ਵੀ ਜਿਹੜਾ ਫੈਮਿਲੀ ਕਲਾਸ ਹੈ, ਜਿਵੇਂ ਹੁਣ ਪੇਰੈਂਟਸ ਗ੍ਰੈਂਡ ਪੇਰੈਂਟਸ ਨੂੰ PR ਤੇ ਇੱਥੇ ਸਾਦੇ ਨੇ, ਉਹਦੀ ਨੰਬਰਸ ਦੇ ਵਿੱਚ ਵੀ ਕੋਈ ਉਹਨੂੰ ਘਟਾ ਸਕਦੀ ਹੈ ਸਰਕਾਰ? ਕਿਉਂਕਿ ਇਹ ਕਿਹਾ ਜਾਂਦਾ ਵੀ ਜਦੋਂ ਜਿਹੜੇ ਲੋਕ ਜਦੋਂ ਆਉਂਦੇ ਨੇ ਤਾਂ ਅਲਟੀਮੇਟਲੀ ਇਹ ਜਿਹੜਾ ਖਾਸ ਕਰਕੇ ਜਿਹੜਾ ਸਿਹਤ ਸਿਸਟਮ ਹੈ ਇੱਥੇ ਦਾ ਉਹਦੇ 'ਤੇ ਕਾਫੀ ਬਰਡਨ ਪੈਂਦਾ ਵੀ ਇਹਨਾਂ ਦੇ ਨੰਬਰ ਘਟਣ ਦੇ ਵਿੱਚ ਚਾਂਸਿਸ ਨੇ। ਦੇਖੋ ਜਿਹੜੀ ਸਾਡੀ 60% ਆਫ ਦਾ ਇਮੀਗ੍ਰੇਸ਼ਨ ਆਉਂਦੇ ਨੇ ਹੈਗੇ ਉਹ ਇਕਨੋਮਿਕ ਕਲਾਸ ਦੇ ਵਿੱਚ ਆਉਂਦੇ ਨੇ ਔਰ 26% ਫੈਮਿਲੀ ਔਰ ਜਿਹੜੇ ਕਿ 14% ਰਿਫਿਊਜੀ ਦੇ ਵਿੱਚ ਆਉਂਦੇ ਨੇ। ਸੋ ਜਿਹੜਾ ਮੇਜਰ ਚੰਕ ਹੈ ਉਹ ਇਕਨੋਮਿਕ ਪਹਿਲਾਂ ਹੀ ਆ ਰਿਹਾ ਹੈ। ਹਾਂਜੀ। ਔਰ ਜਿਹੜੇ ਬਾਕੀ ਰਹਿ ਜਾਂਦੇ ਨੇ 40% ਉਹ ਸਾਨੂੰ ਐਡਜਸਟ ਕਰਨਾ ਹੀ ਪਏਗਾ ਕਿਉਂਕਿ ਉਹਦੇ ਵਿੱਚ ਲੇਕਿਨ ਇੱਕ ਚੀਜ਼ ਹੈ ਗਰੇਵਾਲ ਸਾਹਿਬ ਕਿ ਵੋਟਾਂ ਦਾ ਵੀ ਕੰਪਨੀਆਂ ਜਿਹੜੀਆਂ ਹੈ ਉਹ ਪਾਰਟੀ ਧਿਆਨ ਰੱਖਦੀਆਂ ਨੇ ਕਿਉਂਕਿ ਜਿਹੜੇ ਸਾਡੇ ਕੈਨੇਡਾ ਇਟਸ ਨੋਨ ਫॉर ਫੈਮਿਲੀ ਯੂਨੀਫਿਕੇਸ਼ਨਸ। ਫੈਮਿਲੀ ਵਿੱਚ ਜਿਹੜੇ ਕਿ ਸਪਾਊਜ਼ਲ ਕੇਸਿਸ ਨੇ ਉਹ ਆ ਜਾਂਦੇ ਨੇ ਔਰ ਪਲੱਸ ਜਿਹੜੇ ਪੇਰੈਂਟਸ ਆ ਜਾਂਦੇ ਨੇ, ਗ੍ਰੈਂਡ ਪੇਰੈਂਟਸ ਆ ਜਾਂਦੇ ਨੇ। ਸੋ ਫੈਮਿਲੀ ਜਿਹੜੀ ਕਲਾਸ ਹੈ ਇਹ ਇੱਕ 2-3 ਚੀਜ਼ਾਂ ਨੂੰ ਮਿਲਾ ਕੇ ਕੈਟੇਗਰੀਜ਼ ਨੂੰ ਮਿਲਾ ਕੇ ਬਣੀ ਹੋਈ ਹੈ। ਸੋ ਮੈਂ ਇਹ ਦੇਖਦਾ ਕਿ ਜਿਵੇਂ ਇਸ ਵਾਰ ਤਾਂ ਉਹਨਾਂ ਨੇ ਥੋੜ੍ਹਾ ਅੱਗੇ ਵਧਾ ਦਿੱਤਾ ਹੈਗਾ ਜਿਹੜੇ ਪੇਰੈਂਟ ਐਂਡ ਗ੍ਰੈਂਡ ਪੇਰੈਂਟਸ ਦਾ ਜਿਹੜਾ ਐਪਲੀਕੇਸ਼ਨਸ ਲੈਣੀਆਂ ਸੀ। ਸੋ ਨਹੀਂ ਡਿਸਾਈਡ ਕਰ ਪਾਏ ਕਿ ਕਿਸ ਚੀਜ਼ ਦੇ ਵਿੱਚ ਉਹ ਕਿਸ ਤਰ੍ਹਾਂ ਉਹਨੂੰ ਪਲਾਨ ਆਊਟ ਕਰਨ ਕਿ ਜੋ 2 ਸਾਲ ਤੋਂ ਜਿਹੜਾ ਮੈਸ ਹੋਇਆ ਸੀ ਸੋ ਉਹਨੂੰ ਦੇ ਵਾਂਟ ਟੂ ਸੌਰਟ ਇਟ ਆਊਟ ਬਟ ਉਹ ਹਜੇ ਤੱਕ ਉਹ ਵੀ ਨਹੀਂ ਕਰ ਪਾਏ ਹੈਗੇ। ਸੋ ਜਦ ਇਹ ਚੀਜ਼ ਉਹਨੂੰ ਘਟਾਉਣ ਦੀ ਗੱਲ ਕਰਦੇ ਨੇ, ਉਹਨੇ ਵਧਾਇਆ ਹੀ ਹੈ, ਉਹਦੀ ਮਦਾਦ ਵੀ ਵਧਾਈ ਹੈ, ਉਹਦਾ ਲਾਈਕ ਡਿਊਰੇਸ਼ਨ ਵੀ ਵਧਾਈ ਹੈ, ਡਿਊਰੇਸ਼ਨ ਆਫ ਦਾ ਪ੍ਰੋਸੈਸਿੰਗ ਘਟਾ ਦਿੱਤੀ ਹੈ ਲੇਕਿਨ ਜੋ ਉਹਦੇ ਨੰਬਰ ਹੈ ਉਹ ਵਧਾ ਦਿੱਤੇ ਨੇ ਐਪਲੀਕੇਸ਼ਨਸ ਦੇ। ਠੀਕ ਹੈ। ਸੋ ਮੈਨੂੰ ਨਹੀਂ ਲੱਗਦਾ ਕਿ ਇਹਨੂੰ ਇਹ ਚੇਂਜਸ ਕਰਨ ਦੀ ਹਿੰਮਤ ਕਰਨਗੇ ਕਿਉਂਕਿ ਜੋ ਚੇਂਜ ਕਰਨ ਦੀ ਗੱਲ ਕਰਨਗੇ ਕਿ ਜਿਹੜਾ ਉਹਨਾਂ ਦਾ ਮੇਜਰ ਵੋਟ ਬੈਂਕ ਹੈ ਉਹ ਇਮੀਗ੍ਰੈਂਟਸ 20% ਆਫ ਦਾ ਪੀਪਲ ਜਿਹੜੇ ਹੈਗੇ ਉਹ ਇਸ ਟਾਈਮ ਕੈਨੇਡਾ ਦੇ ਵਿੱਚ ਇਮੀਗ੍ਰੈਂਟਸ ਨੇ। ਸੋ ਉਹਨਾਂ ਦਾ ਕਿਤੇ ਨਾ ਕਿਤੇ ਪ੍ਰੈਸ਼ਰ ਹੋਊਗਾ ਕਿ ਤੁਸੀਂ ਇਹਦੇ ਚੇਂਜਸ ਨਹੀਂ ਲੈ ਕੇ ਆਓ। ਤਾਂ ਮੈਂ ਇਹਦੇ ਬਾਰੇ ਮੈਂ ਇਹ ਨਹੀਂ ਕਹਿ ਸਕਦਾ ਕਿ ਇਹਨੂੰ ਘਟਾਉਣ ਦੀ ਕੋਸ਼ਿਸ਼ ਕਰਨਗੇ। ਅੱਛਾ, ਬਹੁਤ ਵਾਰੀ ਇਹ ਗੱਲ ਹੁੰਦੀ ਹੈ ਵੀ ਜਿਹੜੀ ਐਪਲੀਕੇਸ਼ਨ ਦਾ ਬੈਕਲੌਗ ਬਹੁਤ ਜ਼ਿਆਦਾ ਪਿਛਲੇ ਦਿਨਾਂ ਦੇ ਵਿੱਚ ਵੀ ਕਾਫੀ ਸਮੇਂ ਦੇ ਵਿੱਚ ਵੀ ਕਾਫੀ ਇਹ ਗੱਲਬਾਤ ਹੁੰਦੀ ਰਹੀ ਹੈ। ਹੁਣ ਕਿਉਂਕਿ ਜਿਹੜੀ ਇਮੀਗ੍ਰੇਸ਼ਨ ਪ੍ਰੋਸੈਸਿੰਗ ਵੀ ਸਲੋ ਡਾਊਨ ਹੋਈ ਹੈ
ਤੁਹਾਨੂੰ ਕੀ ਲੱਗਦਾ ਜਦੋਂ ਇਹ ਬਿਲਕੁਲ ਨਾਰਮਲ ਹੋਊਗੀ ਉਹ ਬੈਕਲੌਗ ਫਿਰ ਦੁਬਾਰਾ ਇੱਕ ਪ੍ਰੋਬਲਮ ਨਹੀਂ ਬਣੂਗਾ? ਬਿਲਕੁਲ ਜੀ, ਉਹਨਾਂ ਨੂੰ ਬੈਕਲੌਗ ਦਾ ਪ੍ਰੋਬਲਮ ਬਣੇਗਾ ਹੀ ਪਹਿਲਾਂ ਹੀ ਵੀ ਕਿਉਂਕਿ ਫਿਰ ਟਾਈਮ ਲੰਬਾ ਹੋ ਜਾਂਦਾ ਹੈ। ਬੈਕਲੌਗ ਨੂੰ ਕਲੀਅਰ ਕਰਨ ਵਾਸਤੇ ਨਵੀਂ ਐਪਲੀਕੇਸ਼ਨ ਦੇਖਣਾ ਪੈਣਾ ਹੈ। ਮਤਲਬ ਜਿਹੜੀਆਂ ਹੁਣ ਕੈਟਾਗੋਰੀਜ਼ ਲਈ ਹੁਣ ਟਾਈਮ ਲਾਈਨ ਆ ਉਹ ਵੱਧ ਸਕਦੀ ਹੈ ਜੀ। ਜੇ ਕਿਸੇ ਦੀ ਲੈਟਸ ਸੇ ਵੀ ਆਪਾਂ ਜੇ ਮਿਸਾਲ ਦੇ ਤੌਰ ਤੇ ਜੇ ਕਿਸੇ ਨੂੰ 2 ਸਾਲ ਲੱਗਦੇ ਤਾਂ ਉਹਨੂੰ 3 ਜਾਂ 4 ਸਾਲ ਵੀ ਲੱਗ ਸਕਦੇ। ਬਿਲਕੁਲ ਜੀ, ਬਿਲਕੁਲ। ਕੋਈ ਵੀ ਐਪਲੀਕੇਸ਼ਨਸ ਹੈ ਜਿਹੜੀ ਉਹਦਾ ਫਿਰ ਉਹਨਾਂ ਨੂੰ ਇਹ ਦੇਖਣਾ ਪੈਣਾ ਕਿ ਰੀਵੈਂਪ ਕਰਨਾ ਪੈਣਾ ਹੈਗਾ, ਉਹਨਾਂ ਨੂੰ ਰੀਸਟਰਕਚਰ ਕਰਨਾ ਪੈਣਾ ਉਸ ਚੀਜ਼ ਨੂੰ। ਜਿਹੜੀ ਵੀ ਪਾਲਿਸੀਜ਼ ਉਹ ਦੇਖਦੇ ਨੇ, ਸਪੋਜ਼ ਕਰੋ ਵੀ ਉਹ ਜੇ ਉਹਨਾਂ ਨੇ ਇਮੀਗ੍ਰੇਸ਼ਨ ਬਿਜ਼ਨਸ ਇਮੀਗ੍ਰੇਸ਼ਨ ਨੂੰ ਉਹਨੂੰ ਜ਼ਿਆਦਾ ਉਹਨਾਂ ਨੂੰ ਤਰਜੀਹ ਦਿੱਤੀ ਹੈ ਤਾਂ ਨੈਚੁਰਲ ਉਹਨਾਂ ਦਾ ਪ੍ਰੋਸੈਸ ਟਾਈਮ ਉਹ ਘਟਾ ਦੇਣਗੇ। ਬਾਕੀਆਂ ਦਾ ਨੈਚੁਰਲ ਜੋ ਉਹਨਾਂ ਦਾ ਪ੍ਰੋਸੈਸ ਟਾਈਮ ਘਟਾਉਣਗੇ, ਬਾਕੀਆਂ ਦਾ ਥੋੜਾ ਜਿਹਾ ਉਹ ਵੱਧ ਸਕਦਾ ਪ੍ਰੋਸੈਸਿੰਗ ਟਾਈਮ। ਠੀਕ ਹੈ, ਡੈਫੀਨਿਟਲੀ ਉਹ ਚੀਜ਼ ਦਾ ਫਰਕ ਪਏਗਾ ਹੀ ਪਏਗਾ। ਜਾਣ ਤੋਂ ਪਹਿਲਾਂ ਕੁਝ ਖਾਸ ਗੱਲ ਜਿਹੜੀ ਰਹਿ ਗਈ ਆ ਤੁਸੀਂ ਦੱਸਣੀ ਚਾਹੋ? ਮੈਂ ਗਰੇਵਾਲ ਸਾਹਿਬ ਇਹ ਕਹਿਣਾ ਚਾਹੁੰਦਾ ਕਿ ਅੱਜ ਵੀ ਜਿਹੜੇ ਵੀ ਕਿ ਸਾਡਾ ਬਹੁਤ ਜ਼ਿਆਦਾ ਡਿਪੈਂਡ ਕਰਦਾ ਹੈਗਾ ਉਹ ਸਟੂਡੈਂਟਸ ਦੇ ਉੱਪਰ ਹੈ। ਔਰ ਜਿਹੜੇ ਵਰਕਰਸ ਨੇ ਜਿਹੜੇ ਉਸ ਤੋਂ ਬਾਅਦ ਉਹ ਵਰਕ ਪਰਮਿਟ ਲੈਂਦੇ ਨੇ, ਸਟੂਡੈਂਟਸ ਤੋਂ ਬਾਅਦ ਵਰਕਰ ਬਣਦੇ ਨੇ, ਵਰਕਰ ਤੋਂ ਬਾਅਦ PR ਬਣਦੇ ਨੇ, ਉਹਨਾਂ 'ਤੇ ਹੀ ਕੈਨੇਡਾ ਜ਼ਿਆਦਾ ਅਟੈਂਸ਼ਨ ਦੇਏਗਾ, ਜ਼ਿਆਦਾ ਉਹਨਾਂ ਨੂੰ ਉਹ ਦੇਏਗਾ। ਸੋ ਅਸੀਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਸੀਰੀਜ਼ ਸ਼ੁਰੂ ਕਰਾਂਗੇ ਜਿਹਦੇ 'ਚ ਅਸੀਂ ਹਰ ਕੈਟੇਗਰੀ ਬਾਰੇ ਡਿਟੇਲ ਦੱਸਾਂਗੇ। ਜਿਵੇਂ ਕਿ ਅਸੀਂ ਪਹਿਲੀ ਜਦੋਂ ਇਸ ਕੜੀ ਲੈ ਕੇ ਆਵਾਂਗੇ ਉਹਦੇ ਵਿੱਚ ਅਸੀਂ ਸਪਾਊਜ਼ਲ ਜਿਹੜਾ ਵਰਕ ਪਰਮਿਟ ਜਿਹੜਾ ਹੁੰਦਾ ਹੈਗਾ ਉਹਦੇ 'ਤੇ ਆਪਾਂ ਡਿਟੇਲ ਗੱਲ ਕਰਾਂਗੇ। ਸੋ ਨੈਕਸਟ ਵੀਕ ਤੁਸੀਂ ਜ਼ਰੂਰ ਇਹ ਪ੍ਰੋਗਰਾਮ ਦੇਖਦੇ ਰਹਿਣਾ ਪੰਜਾਬ ਸਟਾਰ TV ਦੇ ਉੱਪਰ। ਔਰ ਬਾਕੀ ਕਿਸੇ ਤਰ੍ਹਾਂ ਦੀ ਵੀ ਇਮੀਗ੍ਰੇਸ਼ਨ ਦੀ ਕੋਈ ਵੀ ਤੁਹਾਨੂੰ ਸਲਾਹ ਜਾਂ ਕੋਈ ਵੀ ਚੀਜ਼ ਦੀ ਲੋੜ ਹੈ ਸਲਾਹ ਦੀ ਤਾਂ ਜ਼ਰੂਰ ਇੰਡਸ ਕੈਨੇਡਾ ਇਮੀਗ੍ਰੇਸ਼ਨ ਨੂੰ ਕਾਲ ਕਰ ਸਕਦੇ ਹੋ। ਨੰਬਰ ਹੈ 9052281600। ਧੰਨਵਾਦ ਹਰਕੀਰਤ ਜੀ। ਤੇ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਤੁਸੀਂ ਇਹਨਾਂ ਨੂੰ ਅਗਰ ਕੈਨੇਡਾ ਜਾਂ ਨਾਰਥ ਅਮਰੀਕਾ ਤੋਂ ਬਾਹਰੋਂ ਤੁਸੀਂ ਇਹਨਾਂ ਨੂੰ ਫੋਨ ਕਰ ਰਹੇ ਹੋ ਤਾਂ ਇਹਨਾਂ ਦੇ WhatsApp ਨੰਬਰ 'ਤੇ ਵੀ ਤੁਸੀਂ ਫੋਨ ਕਰ ਸਕਦੇ ਹੋ। WhatsApp ਨੰਬਰ ਸਕਰੀਨ 'ਤੇ ਆ ਰਿਹਾ ਹੈ। ਸੋ ਅਗਲੇ ਹਫਤੇ ਫਿਰ ਚਲੋ ਕੈਨੇਡਾ ਲੈ ਕੇ ਇੱਕ ਨਵਾਂ ਵਿਸ਼ਾ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੇ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।